ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਗਿਆਨੀ ਗੁਰਦਿੱਤ ਸਿੰਘ ਜੀ ਦਾ ਲੇਖ ਮੇਰੇ ਵੱਡੇ ਵਡੇਰੇ ਬਾਰੇ ਪੜ੍ਹਾਂਗੇ। ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਗਿਆਨੀ ਗੁਰਦਿੱਤ ਸਿੰਘ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਸ਼ੁਰੂ ਕਰਦੇ ਹਾਂ। ਗਿਆਨੀ ਗੁਰਦਿੱਤ ਸਿੰਘ ਦਾ ਜਨਮ ਪਿੰਡ ਮਿੱਠੇਵਾਲ, ਰਿਆਸਤ ਮਲੇਰਕੋਟਲਾ ਵਿੱਚ 1928 ਈਸਵੀ ਨੂੰ ਸਰਦਾਰ ਹੀਰਾ ਸਿੰਘ ਦੇ ਘਰ ਹੋਇਆ। 1945 ਵਿੱਚ ਆਪ ਨੇ ਗਿਆਨੀ ਪਾਸ ਕੀਤੀ। 1948 ਵਿੱਚ ਜੀਵਨ ਸੰਦੇਸ਼ ਮਾਸਕ ਪੱਤਰ ਤੇ 1950 ਵਿੱਚ ਪ੍ਰਕਾਸ਼ ਨਾਂ ਦਾ ਦੈਨਿਕ ਪਰਚਾ ਸ਼ੁਰੂ ਕੀਤਾ। ਆਪ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹੇ। ਗਿਆਨੀ ਗੁਰਦਿੱਤ ਸਿੰਘ ਗੁਰਮਤਿ ਸਾਹਿਤ ਦੀ ਖੋਜ ਤੇ ਲਿਪੀ ਆਦਿ ਦੇ ਕਈ ਕਠਿਨ ਮਸਲਿਆਂ ਨੂੰ ਸੁਲਝਾਉਣ ਵਾਲੇ ਲੇਖਕ ਸਨ। ਪ੍ਰਾਚੀਨ ਵਾਰਾਂ, ਰਾਗਮਾਲਾ ਦੀ ਅਸਲੀਅਤ, ਗੁਰਬਾਣੀ ਦਾ ਇਤਿਹਾਸ, ਜੀਵਨ ਦਾ ਉਸਰੀਆਂ, ਭੱਟਾਂ ਦੇ ਸਵਈਏ ਆਦਿ ਆਪ ਦੇ ਲੇਖ ਸੰਗ੍ਰਹਿ ਹਨ। ਗੰਭੀਰ ਸ਼ੈਲੀ ਵਿੱਚ ਲਿਖਣ ਵਾਲੇ ਇਸ ਗਦ ਲੇਖਕ ਦੀ ਮੇਰਾ ਪਿੰਡ ਪੁਸਤਕ ਪੰਜਾਬੀ ਗਦ ਸਾਹਿਤ ਵਿੱਚ ਕਲਾਸਕੀ ਮਹੱਤਵ ਗ੍ਰਹਿਣ ਕਰ ਚੁੱਕੀ ਹੈ। ਇਸ ਪੁਸਤਕ ਵਿੱਚ ਮਾਲਵੇ ਦੇ ਇੱਕ ਪਿੰਡ ਨੂੰ ਕੇਂਦਰ ਬਿੰਦੂ ਬਣਾ ਕੇ ਪੰਜਾਬ ਦੇ ਸੱਭਿਆਚਾਰ ਬਾਰੇ ਵਿਸ਼ਾਲ ਚਿੱਤਰ ਪੇਸ਼ ਕੀਤਾ ਹੈ। ਪਿੰਡ ਤੇ ਲੋਕਾਂ ਦੀਆਂ ਮਨ ਮਨੌਤਾਂ, ਵਹਿਮਾਂ ਭਰਮਾਂ, ਮੇਲਿਆਂ ਤਿਉਹਾਰਾਂ ਤੇ ਸੱਭਿਆਚਾਰ ਦੇ ਅਲੋਪ ਯਾਨੀ ਕਿ ਜੋ ਹੁਣ ਖਤਮ ਹੋ ਰਹੇ ਹਨ, ਪੱਖਾਂ ਨੂੰ ਸੋਹਣੀ ਤਰ੍ਹਾਂ ਪੇਸ਼ ਕੀਤਾ ਹੈ। ਗਿਆਨੀ ਜੀ ਦੀ ਲਿਖਣ ਕਲਾ ਬੜੀ ਸਿੱਧੀ ਸਾਦੀ, ਲੋਕ ਬੋਲਚਾਲ ਉੱਤੇ ਆਧਾਰਿਤ, ਮੁਹਾਵਰੇਦਾਰ ਤੇ ਲੋਕ ਅਖਾਣਾਂ ਨਾਲ ਭਰਪੂਰ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ। ਆਪ 17 ਜਨਵਰੀ 2007 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ। ਹੁਣ ਅਸੀਂ ਇਹਨਾਂ ਦਾ ਲਿਖਿਆ ਲੇਖ ਮੇਰੇ ਵੱਡੇ ਵਡੇਰੇ ਪੜ੍ਹਦੇ ਹਾਂ। ਮੇਰੇ ਵੱਡੇ ਵਡੇਰੇ ਭਾਵ ਜੋ ਸਾਡੇ ਬਜ਼ੁਰਗ ਹੁੰਦੇ ਹਨ। ਮੇਰੇ ਦਾਦੇ ਪੜਦਾਦੇ ਮੇਰੇ ਵੱਡੇ ਵਡੇਰੇ ਕਿਸੇ ਰਾਜੇ ਨਵਾਬ ਦੇ ਨੌਕਰ, ਰਈਸ ਜਾਂ ਬਖਤਾਵਰ ਨਹੀਂ ਸਨ। ਨਾ ਹੀ ਉਹ ਅਧਿਆਤਮਕ ਖੇਤਰ ਵਿੱਚ ਕੋਈ ਦਰਜਾ ਰੱਖਦੇ ਸੀ ਤੇ ਵਿਦਵਾਨ ਹੋਣਾ ਤਾਂ ਉਹਨਾਂ ਲਈ ਇੱਕਦਮ ਹੀ ਅਜਨਬੀ ਹੋਇਆ। ਉਹ ਕੇਵਲ ਆਪਣੇ ਜ਼ਮਾਨੇ ਦੇ ਮਨੁੱਖ ਸਨ। ਮੇਰੇ ਵੱਡੇ ਵਡੇਰੇ ਜੇ ਕਿਸੇ ਰਾਜੇ ਨਵਾਬ ਦੇ ਮੁਲਾਜ਼ਮ ਹੁੰਦੇ ਤਾਂ ਅਸੀਂ ਵੀ ਕਿਸੇ ਦਫ਼ਤਰ ਦੇ ਕਲਰਕ ਹੋ ਕੇ 90 ਦੇ ਲੇਖੇ ਵਿੱਚ ਪਏ ਹੋਣਾ ਸੀ, ਭਾਵ ਪੈਸੇ ਦੇ ਫੇਰ ਵਿੱਚ ਉਲਝੇ ਹੋਣਾ ਸੀ, ਜਾਂ ਕਿਸੇ ਫੌਜੀ ਅਫਸਰੀ ਛਾਂਟਦੇ ਹੁੰਦੇ। ਜੇ ਉਹ ਵਿਸ਼ਵੇਦਾਰ ਤੇ ਜਗੀਰਦਾਰ ਹੁੰਦੇ ਤਾਂ ਅਸੀਂ ਗਿਆਨੀ ਹੋਣ ਦੀ ਥਾਂ ਸ਼ਿਕਾਰੀ ਹੁੰਦੇ, ਕੁੱਤਿਆਂ ਤੇ ਬੰਦੂਕਾਂ ਦੇ ਦਲਾਂ ਨਾਲ ਦਲ ਭੰਜਣੀ ਸ਼ਸਤਰ ਤੇ ਸਮਿਆਨ ਲੈ ਕੇ ਰੋਹੀਆਂ ਕੱਛਦੇ ਫਿਰਦੇ। ਜੇ ਉਹ ਅਧਿਆਤਮਕ ਭਾਵਾਂ ਵਾਲੇ ਪੂਜਨੀਕ ਹੁੰਦੇ ਤਾਂ ਅਸੀਂ ਕਿਸੇ ਡੇਰੇ ਦੀ ਮਹੰਤੀ ਸੰਭਾਲੀ ਹੁੰਦੀ। ਉਹਨਾਂ ਨੇ ਮਹੰਤਾਂ ਦਾ ਕੰਮ ਅੱਜ ਕੱਲ੍ਹ ਕਥਾ ਕੀਰਤਨ ਦੀ ਥਾਂ ਸਵੇਰੇ ਆਪਣੇ ਹਾਲੀਆਂ ਪਾਲੀਆਂ ਨੂੰ ਧੰਦੇ ਲਗਾਉਣਾ, ਟਿਊਬਲਾਂ ਤੇ ਟਰੈਕਟਰ ਚਲਾਉਣਾ ਰਹਿ ਗਿਆ ਹੈ। ਸਾਡੇ ਵੱਡੇ ਵਡੇਰੇ ਜੋ ਵੀ ਸਨ ਠੀਕ ਹੀ ਸਨ। ਆਪਣੇ ਵੱਡੇ ਵਡੇਰਿਆਂ ਦਾ ਵਰਣਨ ਮੈਂ ਪਿਦਰਮ ਸੁਲਤਾਨ ਬੂੰਦ ਦਾ ਰੋਬ ਜਮਾਉਣ ਲਈ ਨਹੀਂ, ਇਸ ਲਈ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਮੇਰੇ ਪਿੰਡ ਦੇ ਆਪਣੇ ਵੇਲੇ ਦੇ, ਜਾਂ ਇਉਂ ਕਹੋ ਕਿ ਉਹ ਪੁਰਾਣੇ ਪੰਜਾਬ ਦੇ ਇੱਕ ਨਮੂਨੇ ਦੇ ਪੁਰਖੇ ਸਨ। ਮੈਂ ਆਪਣੇ ਦਾਦੇ ਬਾਬੇ ਅੱਖੀਂ ਨਹੀਂ ਦੇਖੇ, ਉਹਨਾਂ ਦੀਆਂ ਕਹਾਣੀਆਂ ਹੀ ਕੰਨੀ ਸੁਣੀਆਂ ਨੇ ਤੇ ਉਹ ਕਥਾਵਾਂ ਹੁਣ ਵੀ ਮੇਰੇ ਪਿੰਡ ਦੇ ਕਿਸੇ ਪੁਰਾਣੇ ਆਦਮੀ ਤੋਂ ਸੁਣੀਆਂ ਜਾ ਸਕਦੀਆਂ ਹਨ। ਜਦੋਂ ਮੈਂ ਪਿੰਡ ਰਹਿੰਦਾ ਹੁੰਦਾ ਸੀ, ਮੇਰੀਆਂ ਪਾਈਆਕੂ ਦੀਆਂ ਹੱਡੀਆਂ ਤੇ ਇਕਰੇ ਕਾਂਗਰੇ ਵਾਲਾ ਜੁੱਸਾ ਦੇਖ ਕੇ ਪਿੰਡ ਦੇ ਪੁਰਾਣੇ ਲੋਕ ਕਿਹਾ ਕਰਦੇ ਸਨ, ਵੇਖਾਂ ਕਾਗਜੀ ਭਲਵਾਨ ਕਿਵੇਂ ਕੁੱਲ ਨੂੰ ਲੀਕ ਲਾਉਣ ਵਾਲਾ ਇਹ ਬਾਬਿਆਂ ਦੇ ਘਰ ਨਕਵਾਇਆ ਪੁੱਤ ਜੰਮ ਪਿਆ, ਕਿ ਇਹ ਉਹਨਾਂ ਬਾਬਿਆਂ ਦੇ ਖਾਨਦਾਨ ਨੂੰ ਸ਼ਰਮਿੰਦਾ ਕਰ ਰਿਹਾ ਹੈ। ਜੇ ਅੱਜ ਇਸ ਦੇ ਦਾਦੇ ਬਾਬੇ ਆ ਕੇ ਵੇਖਣ ਬਈ ਸਾਡੀ ਔਲਾਦ ਵਿੱਚ ਇਹ ਵੀ ਇੱਕ ਚੰਨ ਚਿਰਾਗ ਹੈ ਤਾਂ ਦੋ ਹੱਥੜੀ ਪਏ ਪਿੱਟਣ। ਕਿਤੇ ਉਹ ਦਿਓਆਂ ਯਾਨੀ ਕਿ ਦਾਨਵਾ ਰਾਖਸ਼ਾਂ ਜਿੱਡੇ ਵੱਡੇ ਕੱਦ ਕਾਠ ਵਾਲੇ ਬੰਦੇ, ਕਿੱਥੇ ਇਹ ਬਲੂੰਗੜਾ ਪਹਿਲਵਾਨ। ਮੇਰੇ ਵੱਡੇ ਵਡੇਰਿਆਂ ਦੀਆਂ ਕਈ ਮਜ਼ੇਦਾਰ ਕਹਾਣੀਆਂ ਹਨ ਜਿਨ੍ਹਾਂ ਨੂੰ ਪਿੰਡ ਦੇ ਸਿਆਣੇ ਲੋਕ ਤੇ ਗਾਲੜੀ ਚਟਕਾਰੇ ਲਾਲਾ ਸੁਣਾਇਆ ਕਰਦੇ ਹਨ। ਮੇਰੇ ਦਾਦੇ 4 ਭਰਾ ਸਨ, ਦਾਸ, ਪੁੰਨੂ, ਰਾਮ ਦਿੱਤਾ ਤੇ ਸਾਹਿਬ ਸਿੰਘ। ਚਾਰੇ ਭਰਾ ਕੱਦ ਵੱਲੋਂ ਇੰਨੇ ਨਰੋਏ ਤੇ ਵੱਡੇ, ਰੱਜ ਕੇ ਖਾਣ ਤੇ ਦੱਬ ਕੇ ਵਾਹੁਣ ਵਾਲੇ, ਇਹੋ ਜਿਹੇ ਕਿ ਆਸ-ਪਾਸ ਦੇ ਪਿੰਡਾਂ ਲਈ ਹਊਆ ਬਣੇ ਹੋਏ ਸਨ। ਲੋਕ ਆਖਦੇ ਹੁੰਦੇ ਸਨ ਕਿ ਜਿਸ ਖੇਤ ਦੇ ਵਿੱਚੋਂ ਇਹ ਚਾਰੇ ਬਾਬੇ ਲੰਘ ਜਾਣ ਉਸ ਖੇਤ ਵਿੱਚ ਡੰਡੀ ਆਪੇ ਪੈ ਜਾਂਦੀ ਹੈ, ਭਾਵ ਆਪਣੇ ਆਪ ਖੇਤ ਵਿੱਚੋਂ ਰਸਤਾ ਬਣ ਜਾਂਦਾ ਹੈ। ਸਾਡੇ ਵੱਡਿਆਂ ਦਾ ਨੇੜੇ ਦੇ ਪਿੰਡ ਛਾਪੇ ਦਾ ਖੂਨ ਦਾ ਰਿਸ਼ਤਾ ਹੋਣ ਕਰਕੇ ਵਰਤਾਰਾ ਸੀ। ਉਹਨਾਂ ਨੇ ਇੱਕ ਵਿਆਹ ਸਮੇਂ ਮੇਰੇ ਦਾਦਿਆਂ ਨੂੰ ਰੋਟੀ ਉੱਤੇ ਸੱਦਿਆ ਮਤਲਬ ਬੁਲਾਇਆ। ਉਹ ਉਸ ਦਿਨ ਰੋਹੀ ਯਾਨੀ ਕਿ ਆਪਣੇ ਖੇਤ ਮੇਂ काम कर रहे थे, ਵਿੱਚ ਹਲ ਬਾਉਂਦੇ ਸੀ। ਉੱਥੋਂ ਹੀ ਬਲਦ ਪਿੰਡ ਨੂੰ ਤੋਰ ਕੇ ਸਿੱਧੇ ਦੁਪਹਿਰੇ ਰੋਟੀ ਵੇਲੇ ਨੂੰ ਪਿੰਡ ਛਾਪੇ ਜਾ ਪੁੱਜੇ। ਅੱਗੋਂ ਵਿਆਹ ਵਾਲਿਆਂ ਨੇ ਮੇਲ ਗੇ ਲਈ ਇੱਕ ਕੜਾਹਾ ਯਾਨੀ ਕਿ ਬਹੁਤ ਬੜੀ ਕੜਾਈ ਗੁੜ ਦੇ ਪ੍ਰਸ਼ਾਦ ਦਾ ਕੱਢਿਆ ਹੋਇਆ ਸੀ।
ਅਗਲਿਆਂ ਨੇ ਕਿਹਾ ਪਹਿਲਾਂ ਸ਼ਰੀਕੇ ਨੂੰ ਖਵਾ ਲਈਏ। ਸਾਡੇ ਬਾਬੇ ਕੜਾਹ ਖਾਣ ਲਈ ਪਹਿਲਾਂ ਹੀ ਬੈਠ ਗਏ। ਚਾਰੇ ਭਾਈ ਜਿਉਂ ਨੀਵੀਂ ਪਾ ਕੇ ਖਾਣ ਲੱਗੇ, ਪ੍ਰਸਾਦ ਦਾ ਸਾਰਾ ਕੜਾਹ ਸਮੇਟ ਛੱਡਿਆ। ਉਹਨਾਂ ਦੇ ਵਰਤਾਵਿਆਂ ਨੇ यानी कि जो उनको खाना लगा रहे थे, दे रहे थे, बथेरा इधर उधर देखिया भाई किधर ये कड़ाह प्रसाद किसी चीज़ ਵਿੱਚ ਸੁੱਟੀ ਤਾਂ नहीं जा रहे। पर ਉਹਨਾਂ ਦੇ ਕੱਦ ਕਾਠ ਤੇ ਖੁਰਾਕ ਹੀ ਇੰਨੀ ਸੀ ਕਿ ਇੱਕ ਕੜਾਹ ਹੋਰ ਬਣਿਆ ਹੁੰਦਾ ਅੱਧ ਪਚੱਧ, मतलब आधा, और अगर होता तो उसमें से भी खा जाते, ਉਸ ਵਿੱਚੋਂ ਕਿਹੜਾ ਨਾ ਚੱਲ ਜਾਂਦੇ। ਸਾਡੇ ਉਹਨਾਂ ਸੰਬੰਧੀਆਂ ਨੇ ਇਹਨਾਂ ਮਹਾਨ ਪੁਰਖਾਂ ਦੀ ਇੱਕ ਕਰਨੀ ਕਮਾਈ ਦਾ ਧਿਆਨ ਧਰ ਕੇ ਫੈਸਲਾ ਕਰ ਲਿਆ ਕਿ ਅੱਗੇ ਤੂੰ ਇਹਨਾਂ ਦੇ ਨਾ ਕਦੇ ਵਿਆਹ ਸ਼ਾਦੀ 'ਤੇ ਜਾਣਾ ਹੈ ਅਤੇ ਨਾ ਹੀ ਇਹਨਾਂ ਨੂੰ ਮੁੜ ਕੇ ਸੱਦਣਾ ਹੈ, मतलब ਸੱਦਣਾ ਮਤਲਬ ਬੁਲਾਉਣਾ। ਮੇਰੇ ਜਿਹੇ ਛਟਾਕੀਆਂ ਖਾਣ ਵਾਲੇ ਕੁਲ ਵਿੱਚ ਚੰਨ ਚਿਰਾਗ ਪ੍ਰਗਟ ਹੋਏ। ਫਿਰ ਜਾ ਕੇ ਪੀੜ੍ਹੀਆਂ ਦੀ ਟੁੱਟੀ ਗੰਢੀ ਵੱਜੀ। ਖਾਣ ਪੀਣ ਦੇ ਪੱਖ ਨਾਲੋਂ ਵੱਧ ਪ੍ਰਸਿੱਧੀ ਉਹਨਾਂ ਦੀ ਜ਼ੋਰਾਵਰੀ ਮਸ਼ਹੂਰ ਸੀ, मतलब उनका जोर। ਲੋਕ ਗੱਲਾਂ ਸੁਣਾਉਂਦੇ ਹਨ, ਪੁਰਾਣੇ ਸਮੇਂ ਵਿੱਚ ਪਹਿਲਵਾਨ ਢੋਲ ਵਾਲੇ ਨੂੰ ਨਾਲ ਲੈ ਕੇ ਦਿਗਵਿਜੇ ਦਾ ਝੰਡਾ ਫੜ ਕੇ ਚੜ੍ਹਦੇ ਹੁੰਦੇ ਸੀ। ਇੱਕ ਪਿੰਡ ਫਤਿਹ ਕਰਨਾ, ਦੂਜੇ ਪਿੰਡ ਉੱਤੇ ਚੜ੍ਹਾਈ ਕਰਦੇ ਨੇ। ਨਾਲ ਮੁੰਡੀਹਰ ਬਹੁਤ ਸਾਰੇ ਜਵਾਨ ਲੜਕੇ ਅਤੇ ਉਹਨਾਂ ਦੇ ਕਈ ਪੱਠੇ ਚਾਂਬਲੇ ਹੁੰਦੇ। ਜਿਸ ਪਿੰਡ ਪੁੱਜਦੇ ਪਿੰਡ ਦੇ ਲੋਕਾਂ ਲਈ ਪਹਿਲਵਾਨਾਂ ਦਾ ਸਵਾਗਤ ਕਰਨਾ ਜ਼ਰੂਰੀ ਹੁੰਦਾ ਅਤੇ ਉਹ ਸਵਾਗਤ ਪਿੱਛੋਂ ਸਭਾ ਵਿੱਚੋਂ ਝੰਡਾ ਗੱਡ ਦਿੰਦੇ, ਬਈ ਜੇ ਕੋਈ ਬੰਦਾ ਇੱਥੇ ਜ਼ੋਰ ਵਾਲਾ ਹੈ ਤਾਂ ਸਾਡੇ ਨਾਲ ਘੁਲ ਲਵੇ। ਇਸ ਤਰ੍ਹਾਂ ਦਾ ਇੱਕ ਜੰਗਲ ਵੱਲ ਦਾ ਭੂਸਰਿਆ ਹੋਇਆ ਪਹਿਲਵਾਨ ਆਪਣੀ ਵਿਜੇ ਪਤਾਕਾ ਲਹਿਰਾਉਂਦਾ ਸਾਡੇ ਪਿੰਡ ਵੀ ਆ ਗੱਜਿਆ। ਪਿੰਡ ਦਾ ਚੌਧਰੀ ਚੜ੍ਹਤ ਸਿੰਘ ਉਸ ਦੇ ਸਵਾਗਤ ਲਈ ਗਿਆ। ਇੱਕ ਸਵਾਤ ਵਿੱਚ ਉਤਾਰਾ ਕਰਾਇਆ ਗਿਆ। ਸਾਡਾ ਛੋਟਾ ਜਿਹਾ ਪਿੰਡ ਵੇਖ ਕੇ ਪਹਿਲਵਾਨ ਹੋਰ ਹੰਕਾਰ ਗਿਆ। ਉਹ ਬਿੰਦੇ ਝੱਟੇ, मतलब ਹਰ ਥੋੜ੍ਹੇ ਟਾਈਮ ਬਾਅਦ ਝੱਟੇ ਆਖੇ, ਇੱਥੇ ਤਾਂ ਕਦੇ ਕੋਈ ਪਹਿਲਵਾਨ ਸੁਣਿਆ ਹੀ ਨਹੀਂ। ਤੁਸੀਂ ਪੱਕੀ ਰਸਦ ਹਵਾਲੇ ਕਰੋ, ਅਸੀਂ ਅਗਲੇ ਪਿੰਡ ਜਾਈਏ। ਪਿੰਡ ਦਾ ਚੌਧਰੀ ਸਿਆਣਾ ਸੀ, ਉਸਨੇ ਕਿਹਾ, ਰਸਤਾ ਨੂੰ ਕਿਹੜਾ ਜੀ, ਅਸੀਂ ਨਾ ਨੁੱਕਰ ਕਰਨੀ ਹੈ, ਅਸੀਂ ਕਿਹੜੇ ਕਿਸੇ ਚੀਜ਼ ਤੋਂ ਨਾਬਰ ਨਹੀਂ। ਚੰਗੇ ਭਾਗਾਂ ਨੂੰ ਪਿੰਡ ਵਿੱਚ ਮਸਾਂ ਭਲਵਾਨ ਦੇ ਚਰਨ ਪਏ ਨੇ, ਇੱਕ ਰਾਤ ਤਾਂ ਕੱਟੋ, ਹੁਣ ਖਾਣ ਪੀਣ ਜੋਗੀ ਰਸਤ ਵਸਤ ਭੇਜ ਦਿੰਦੇ ਆ, ਦਿਨ ਚੜ੍ਹਦੇ ਨੂੰ ਸਾਰੀ ਗੱਲ ਨਜਿੱਠ ਲਵਾਂਗੇ। ਉਸ ਪੁਰਾਣੇ ਜ਼ਮਾਨੇ ਵਿੱਚ ਪਹਿਲਵਾਨਾਂ ਨੂੰ ਪਿੰਡਾਂ ਦੇ ਲੋਕ ਘਿਓ ਇਕੱਠਾ ਕਰਕੇ ਦਿੰਦੇ ਹੁੰਦੇ ਸਨ। ਗੁੜ ਤੇ ਕੱਪੜਿਆਂ ਦੇ ਥਾਨਾਂ ਦੀਆਂ ਪੰਡਾਂ ਬੰਨ੍ਹ ਦਿੰਦੇ ਸਨ। ਨਗਦੀ ਵੀ ਪੀਰਾਂ ਫਕੀਰਾਂ ਵਾਂਗ ਚੜ੍ਹਾਈ ਜਾਂਦੀ ਸੀ। ਇਹ ਪਹਿਲਵਾਨ ਪਿੰਡਾਂ ਤੋਂ ਕਾਫੀ ਸਮੱਗਰੀ, ਘਿਓ ਤੇ ਕਈ ਤਰ੍ਹਾਂ ਦੇ ਬਦਾਮ ਆਦਿ ਮੇਵੇ ਤੇ ਹੋਰ ਗੁੜ ਗੰਢ ਪੂਰੇ ਗੱਡੇ ਦਾ ਲੱਦ ਇਕੱਠਾ ਕਰੀ ਨਾਲ ਚੁੱਕੀ ਫਿਰਦਾ ਸੀ। ਉੱਪਰੋਂ ਵਿਆਸੀਏ ਦਾ ਕਾਲ ਪਿਆ ਹੋਇਆ ਸੀ। ਮੀਂਹ ਦਾ ਪੈਣ ਕਰਕੇ ਕਹਿਰ ਪੈਣ ਨਾਲ ਇੱਧਰ ਖਾਣ ਨੂੰ ਦਲੀਲਾਂ ਨਾ ਜੁੜੇ। ਪਹਿਲਵਾਨ ਨੇ ਆ ਕੇ ਪੱਕੀ ਰਸਤ ਵੀ ਨਵੀਂ ਚੱਟੀ ਲਗਾ ਦਿੱਤੀ। मतलब अकाल पड़ा हुआ था, क्योंकि बारिश नहीं हुई थी। बारिश नहीं होने से अनाज नहीं हो रहा था, तो लोगों को खाना इतना नहीं मिल रहा था। पक्की रस्त घटो घट धड़ी घ्यो, इन्नी ही खंड, बदाम ते होर सिद्धा वाधा हुंदा सी। रस्ता देनी इन्नी औखी शायद काल वेले भी ना मन्नी जांदी, पर पिंड दी हलतन झलनी बहुत औखी सी। ਪਹਿਲਵਾਨਾਂ ਦੇ ਜੱਥੇ ਨੂੰ ਰਾਤ ਨੂੰ ਰਸਦ ਦੇ ਕੇ ਚੜ੍ਹਤ ਸਿੰਘ ਚੌਧਰੀ ਬਾਬੇ ਪੁੰਨੂ ਕੋਲ ਆਇਆ। ਪਿੰਡ ਦੇ ਚੌਧਰੀ ਨੂੰ ਘਰੇ ਆਇਆ ਵੇਖ ਕੇ ਬੈਠਣ ਲਈ ਪੀੜੀ ਦਿੱਤੀ ਤੇ ਪੁੱਛਿਆ, ਚੌਧਰੀ ਅੱਜ ਕੁਵੇਲੇ ਕਿਵੇਂ ਆਉਣਾ ਹੋਇਆ? ਚੌਧਰੀ ਨੇ ਸਾਰੀ ਗੱਲ ਸੁਣਾਈ ਤੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਕਿਹਾ, ਬਾਬਾ ਤੂੰ ਹੀ ਲਾਜ ਰੱਖ ਸਕਦਾ ਹੈ, मतलब हमारी ਇੱਜ਼ਤ ਬਚਾ ਸਕਦਾ ਹੈ, ਬਸ ਮੈਨੂੰ ਇੱਕ ਵਾਰੀ ਹਾਂ ਕਰ ਦੇ। ਚੌਧਰੀ ਨੂੰ ਬਾਬੇ ਦੀ ਤਾਕਤ ਦਾ ਪਤਾ ਸੀ, ਬਈ ਉਹ ਕਈ ਪਹਿਲਵਾਨਾਂ ਨਾਲੋਂ ਵੱਧ ਤਾਕਤਵਰ ਹੈ। ਉਸ ਲਈ ਉਸਨੇ ਹਾਂ ਦੀ ਮੰਗ ਹੀ ਕੀਤੀ। ਆਖੇ ਸੋਚ ਕੇ ਪੁੰਨੂ ਬੁੜੇ ਨੇ ਕਿਹਾ, ਚੌਧਰੀ ਦਾ ਕਹਿਣਾ ਮੋੜਨਾ ਵੀ ਔਖਾ ਹੈ। ਹੰਮਾ ਧਾਰ ਕੇ ਆਇਆ ਹੈ, ਪਰ ਉੱਤੋਂ ਲਵੇਰੀਆਂ ਦੇ ਤਾਂ ਦੁੱਧ ਦਾ ਇੱਕ ਪਾਸੇ, ਰੁੱਖ ਵੀ ਸੁੱਕ ਗਏ ਨੇ। ਖਾਣ ਪੀਣ ਨੂੰ ਚੱਜ ਨਾਲ ਰੋਟੀ ਹੀ ਨਹੀਂ ਜੁੜਦੀ, ਕਿਉਂਕਿ ਅਕਾਲ ਪੜਾ ਹੁਆ ਤਾਂ। ਦੇਖੀ ਚੌਧਰੀ ਕਿਤੇ ਸੁੱਕੇ ਹੱਡੀ ਮਰਵਾ ਦੇਵੇ। ਬਾਬੇ ਨੇ ਨੀਮ ਰਜਾਮੰਦੀ ਪ੍ਰਗਟ ਕਰਦਿਆਂ ਨਿਹੋਰੇ ਨਾਲ ਕਿਹਾ। ਚੌਧਰੀ ਨੇ ਕਿਹਾ, ਬਾਬਾ ਤੂੰ ਫਿਕਰ ਨਾ ਕਰ, ਮੈਂ 1-2 ਦਿਨ ਤੈਨੂੰ ਤਿਉੜ ਕਰਕੇ ਮੋਠ ਬਾਜਰੇ ਦੀ ਰੱਜਵੀਂ ਖਿਚੜੀ ਭੇਜਦਾ ਰਹੂੰਗਾ। ਤੂੰ ਜਰਾ ਆਸ ਬਣਾ, ਆਪਾਂ ਤੋਂ ਪਿੰਡ ਦੀ ਹੀਨਤਾ ਨਹੀਂ ਚੱਲੀ ਜਾਂਦੀ। ਦੂਜੇ ਦਿਨ ਚੌਧਰੀ ਨੇ ਪਹਿਲਵਾਨ ਨੂੰ ਆਖ ਦਿੱਤਾ, ਜੀ ਅਸੀਂ ਪੱਕੀ ਰਸਤ ਦੇਣ ਦੀ ਥਾਂ ਜਿੱਦਣ ਕਹੋ 2 ਹੱਥ ਹੀ ਕਰਕੇ ਦੇਖਾਂਗੇ। ਪਿੰਡ ਦੀ ਹਲੱਤਣ ਲੋਕ ਕਹਿੰਦੇ ਨੇ ਜੀ, ਸਾਥੋਂ ਝੱਲੀ ਨਹੀਂ ਜਾਂਦੀ। ਦਿਨ ਬੰਨਿਆ ਗਿਆ। ਪਿੰਡ ਦੇ ਪਿੰਡ ਟੁੱਟ ਕੇ ਤਮਾਸ਼ਾ ਵੇਖਣ ਆ ਪਏ। ਬਹੁਤੀ ਹੈਰਾਨੀ ਇਹ ਪਈ, ਟਿੱਡੇ ਜਿੱਡਾ ਪਿੰਡ, मतलब ਬਹੁਤ ਛੋਟਾ ਸਾ ਗਾਂਵ, ਇੱਥੇ ਨਾਮੀ ਪਹਿਲਵਾਨ ਨਾਲ ਕਿਹੜਾ ਲੋਹਾ ਲੈਣ ਵਾਲਾ ਜੰਮ ਪਿਆ ਹੈ। ਚਲੋ ਦੇਖੀਏ ਤਾਂ ਸਹੀ। टोल बज्या, छिंज मग गई। छिंज मतलब जहाँ पे कुश्ती होती है उसका मैदान।
ਪਹਿਲਵਾਨ ਦਾ ਨਿਹਾਰੀਆਂ ਖਾ ਖਾ ਗੁੰਨਿਆ ਜਿਸਮ ਤੇ ਨਿਤ ਕਰਤੱਬੀ ਜੁੱਸਾ ਵੇਖ ਕੇ ਸਾਰੇ ਲੋਕ ਹੈਰਾਨ, ਭਈ ਇਸ ਚੁਸਤ ਜਵਾਨ ਨਾਲ ਕੌਣ ਘੁਲੇਗਾ। ਬਾਬਾ ਪੁੰਨੂ ਅਖਾੜੇ ਦੇ ਇੱਕ ਪਾਸੇ ਖੇਸ ਦੀ ਬੁੱਕਲ ਮਾਰੀ ਬੈਠਾ ਸੀ। ਪਹਿਲਵਾਨ ਅਖਾੜੇ ਵਿੱਚ ਗੇੜੇ ਮਾਰ ਮਾਰ ਕੇ ਰੋਹਬ ਪਾਉਂਦਾ ਤੇ ਆਪਣੇ ਸਰੀਰ ਦੇ ਸੋਹਣੇ ਅੰਗ ਦਿਖਾਉਂਦਾ, ਚਟਕਾਉਂਦਾ ਤੇ ਮਟਕਾਉਂਦਾ ਤੇ ਫਿਰਦਾ ਰਿਹਾ। ਜਦੋਂ ਅਖਾੜਾ ਜੰਮ ਪਿਆ, ਚੌਧਰੀ ਚੜ੍ਹਤ ਸਿੰਘ ਬਾਬੇ ਪੁੰਨੂ ਕੋਲ ਆਇਆ, ਮੱਥਾ ਟੇਕ ਕੇ ਕਿਹਾ, ਬਾਬਾ ਰੱਖ ਪਿੰਡ ਦੀ ਪੱਤ, ਮਤਲਬ ਇੱਜ਼ਤ, ਪੱਤ ਇੱਜ਼ਤ, ਰੱਬ ਤੇਰੇ ਵਿੱਚ ਸੱਤ ਪਾਵੇ। ਬਾਬੇ ਨੇ ਖੇਸ ਲਾ ਕੇ ਅਖਾੜੇ ਵਿੱਚ ਛਾਲ ਮਾਰੀ। ਕਿੱਥੇ ਨਾਗ ਵਾਂਗ ਲਿਸ਼ਕਦੇ ਜਿਸਮ ਵਾਲਾ ਪਹਿਲਵਾਨ ਦਾ ਜੁੱਸਾ, ਕਿੱਥੇ ਬਾਬਾ ਪੁੰਨੂ ਦਾ ਖੁਰਦੜਾ ਪਿੰਡਾ ਜਿਸ ਦੇ ਪਿੰਡੇ ਨੂੰ ਤੇਲ ਦੀ ਤਿੱਪ ਵੀ ਨਹੀਂ ਸੀ ਛੋਈ ਹੋਈ ਸੀ। ਪਹਿਲਾਂ ਤਾਂ ਬਾਬੇ ਪੁੰਨੂ ਨੂੰ ਦੇਖ ਕੇ ਪਹਿਲਵਾਨ ਖਿੜਖਿੜਾ ਕੇ ਹੱਸਿਆ, ਫਿਰ ਰਹਿਮ ਦੇ ਘਰ ਆ ਕੇ ਬੋਲਿਆ, ਕਿਉਂ ਵਿਚਾਰੇ ਗਰੀਬ ਕਬੀਲਦਾਰ ਬੰਦੇ ਨੂੰ ਮਰਵਾਉਣ ਲੱਗੇ ਹੋ। ਪਹਿਲਵਾਨ ਨੂੰ ਕੱਢੋ ਜੇ ਦੋ ਹੱਥ ਕਰਨੇ ਹਨ। ਬਾਬੇ ਪੁੰਨੂ ਨੇ ਧੀਰਜ ਨਾਲ ਕਿਹਾ, ਕੋਈ ਨਾ ਭਾਈ ਪਹਿਲਵਾਨ, ਕਦੇ ਫੇਰ ਕੱਢਾਂਗੇ, ਪਹਿਲਾਂ ਤੂੰ ਮੇਰੇ ਜਿਹੇ ਅੱਖੜ ਜਿਹੇ ਬੰਦੇ ਨਾਲ ਹੀ ਦੇਖ ਲੈ। ਇੱਕ ਦੋ ਆਰੰਭਿਕ ਹੱਥ ਕਰਨ ਪਿੱਛੋਂ ਬਾਬੇ ਪੁੰਨੂ ਨੇ ਪਹਿਲਵਾਨ ਦੀ ਠੋਡੀ ਹੇਠਾਂ ਕੋਹਣੀ ਦਾ ਹੋੜਾ ਦੇ ਕੇ ਮਗਰੋਂ ਗਰਦਨ ਵੱਲੋਂ ਵਲੇਵੇਂ ਨਾਲ ਉਤਾਂਹ ਨੂੰ ਉਗੀਸ ਕੇ ਪਹਿਲਵਾਨ ਨੂੰ ਬਾਹਾਂ ਉੱਤੇ ਧਰਤੀ ਤੋਂ ਉੱਪਰ ਵੱਲ ਨੂੰ ਅਜਿਹਾ ਚੱਕਿਆ ਕਿ ਉਸਦੇ ਪੈਰ ਧਰਤੀ ਉੱਤੇ ਨਾ ਲੱਗਣ। ਸਾਰਾ ਭਾਰ ਮੂੰਹ ਦੀ ਠੋਡੀ ਤੇ ਗਰਦਨ ਉੱਤੇ ਆ ਪਿਆ। ਥੋੜ੍ਹੇ ਚਿਰ ਪਿੱਛੋਂ ਉਸਦੇ ਅੱਖਾਂ ਦੇ ਆਂਡੇ ਬਾਹਰ ਆਉਣ ਲੱਗੇ। ਸਿਰ ਚਕਰਾਇਆ ਤਾਂ ਲੱਗਾ ਘੁਰੜੂ ਵੱਜਣ। ਪਹਿਲਵਾਨ साहिब ਦੇ ਸਾਥੀ ਲੱਗੇ डौर पौर होके वेखन। ये तौर पर यहाँ पे लिखा है तौर पर, मतलब पर यहाँ पे होगा डौर पौर। मसा मसा इशारिਆਂ ਨਾਲ ਜਾਨ ਬਖਸ਼ਾਉਣ ਦੇ ਵਾਸਤੇ ਪਾ ਕੇ ਪਹਿਲਵਾਨ ਨੇ ਖਹਿੜਾ ਛਡਾਇਆ। ਬਾਬੇ ਪੁੰਨੂ ਨੇ ਲੋਕਾਂ ਨੂੰ ਕਿਹਾ, ਦੇਖੋ ਭਾਈ, ਅਸੀਂ ਹਾਲਾਂ ਘੁਲੇ ਨਹੀਂ। ਇਸ ਪਹਿਲਵਾਨ ਨੂੰ ਕਹੋ, ਜਿੰਨਾ ਚਿਰ ਇੱਕ ਜਣਾ ਪੁੱਠਾ ਸਿੱਧਾ ਨਹੀਂ ਹੋ ਜਾਂਦਾ ਉਤਨਾ ਚਿਰ ਕੁਸ਼ਤੀ ਪੂਰੀ ਨਹੀਂ ਹੁੰਦੀ। ਲੋਕ ਉਸ ਪਹਿਲਵਾਨ ਨੂੰ ਘੇਰ ਕੇ ਖਾੜੇ ਵੱਲ ਖਿੱਚਣ ਤੇ ਉਹ ਉੱਥੋਂ ਭੱਜਣ ਦੇ ਰਾਹ ਲੱਭੇ। आखिर दिन छापने तो पहला अपना लूंग लाना छड़ के पतरा वाच गया, मतलब वहाँ से भाग गया। बाबे पुन्नू की जय की धुनी लोगों के दिलों में कई वरे गूंजती रही। एक वेर की गल है, एक पुराने शहतूत का दरखत हनेरी नाल जड़ां तो उखड़ के राह विचाले डिग पिया। उस दियां जड़ां धरती तो उखड़ के बाहर आ गईयां, पर पिछों अलहदा ना होण, मतलब उससे अलग नहीं हो रही थी। दरखत राह विच अड़िक्का, मतलब रास्ते में पड़ा था, जिससे कि निकलने का रास्ता बंद हो गया था, बन के पै गया। साडा एक बुढ़ा बाबा उधरों लंघ रहा सी। शहतूत कोल खड़े एक दो बंदे सोच रहे सी बई इस दे बड़ांग नूं पहला छांगीए जां जड़ां दे तने वड्डीए तां जो किवें छेती राह बने ते लांघा होवे, मतलब निकलने का रास्ता बने। कोलों दी लंघिया ज़्यादा बाबा वेख के पुछण लगे, बाबा इसकी छांग छंगाई किवें करीए। बाबे ने कहा, खिच के घर लै जाओ, आपे छांग छंगाई हुंदी रहेगी। उन्हां कहा, लै बई बाबा, रही गल जे तू खिच के लै जावें तां शहतूत तेरा होया। बस जी। फिर किसी बाबे ने पहला बड़ांग वाले पास्यों शहतूत नूं उथल पुथल के जड़ां उखाड़ दित्तियां, फिर जड़ां वल्लों खिच के अंदर वाड़ के दम लिया। तंग दरवाजे विच अड़िक्का लग्या, दो चार झटके ला के जड़ां वल्लों टाहणे टाहणियां फड़ के अजिहे खिचे कि वो सुक्कड़ दे नाल लग गईयां। एक दो चार हजूकियां नाल सारा रुख घसीट के अंदर खिच के सुट लिया। जिन्हां सज्जनां नूं इन्हां गल्लां उत्ते तवार ना आवे, वो साडे घर एक किक्कर दी चढ़ी हुई लटैण दा प्रतੱਖ प्रमाण अखी देख सकते हैं, जिस दी कथा इस तरह है। कहंदे हन, साडा वड्डा दादा दास बाहर महरे विच डंगरां नूं वग विच रलाउण गया। फिरदे फिरांदे दी एक किक्कर दी गेली उत्ते निगाह पै गई। उस गेली नूं कुछ बंदे पहलां किधरों दूर नेड़ियों उत्थे लिया के सुट गए सी, बई जदों दाव लग्या फिर पिंड लै चलांगे। ਲੱਕੜ ਦੀ ਅਜਿਹੀ ਮਾਰਤਾੜ ਪਹਿਲਾਂ ਆਮ ਹੁੰਦੀ ਸੀ। ਸਾਡੇ ਬਾਬੇ ਨੇ ਕਿਹਾ, ਚੌਧਰੀ ਇਹ ਟੰਬਾ ਜਿਹਾ ਕਿਸਦਾ ਹੈ? ਉਸ ਦਾ ਜਿਹੜਾ ਲੈ ਜਾਵੇ। ਚੌਧਰੀ ਨੇ ਵਿਅੰਗ ਕੀਤਾ, ਬਈ ਇਹ ਏਡੀ ਲੱਕੜ ਨੂੰ ਟੰਬਾ ਹੀ ਦੱਸਦਾ ਹੈ। ਟੰਬਾ ਮਤਲਬ ਛੋਟੀ ਸੀ ਲੱਕੜੀ ਲਾਠੀ। ਫਿਰ ਚੌਧਰੀ ਬੁਰਾ ਨਾ ਮਨਾਉਣ ਆਖ ਕੇ ਬਾਬੇ ਨੇ ਨਾ ਕੀਤੀ ਨਾ ਹਾਂ ਹੂੰ ਝੱਟ ਮੋਢਾ ਹੇਠਾਂ ਡਾਹ ਦਿੱਤਾ ਤੇ ਕਿੱਕਰ ਦੀ ਗੇਲੀ ਘਰ ਲਿਆ ਸੁੱਟੀ। ਉਸ ਦੀ ਲਟੈਨ ਚੜਾਈ ਗਈ। 80-90 ਵਰੇ ਪਿੱਛੋਂ ਪਿਛਲੇ ਸਾਲੀ ਉਹ ਸੁੱਕੀ ਪੱਕੀ ਤਸ ਮੁਸ਼ ਕੇ ਹੌਲੀ ਹੋਈ ਲਟੈਨ ਜਦੋਂ ਚੜਾਈ ਹੋਈ ਗਈ ਤਾਂ ਪਿੰਡ ਦੇ 94 8-10 ਗੱਭਰੂ ਇਕੱਠੇ ਕਰਨੇ ਪਏ। ਉਹ ਰਲ ਕੇ ਲਟੈਨ ਚੜਾਉਣ ਵਾਲੇ ਬਾਬਿਆਂ ਦੇ ਗੁਣ ਗਾਉਣ, ਬਈ ਦੇਖੋ ਹੁਣ ਸਾਰੇ ਪਿੰਡ ਦੇ 94 ਮੁੰਡੇ ਲੱਗੇ ਹਨ। ਬਾਬਾ ਪਤਾ ਨਹੀਂ ਕਾਹਦਾ ਬਣਿਆ ਹੋਇਆ ਸੀ ਜਿਹੜਾ ਇਕੱਲਾ ਹੀ ਇੱਕ ਗੇਲੀ ਚੁੱਕ ਲਿਆਇਆ ਸੀ। ਇਕੱਲੇ ਬਾਬਿਆਂ ਦੀਆਂ ਗੱਲਾਂ ਹੀ ਨਹੀਂ, ਉਹਨਾਂ ਦੀਆਂ ਭੈਣਾਂ ਵੀ ਅਜਿਹੀਆਂ ਸੀ। ਕਹਿੰਦੇ ਹਨ, ਇੱਕ ਵਾਰ ਸਾਡੇ ਘਰ ਦੇ ਸਾਰੇ ਜੀ ਜਦੋਂ ਘਰੋਂ ਬਾਹਰ ਜਵਾਰ ਦੇ ਸਿੱਟੇ ਡੂੰਘਦੇ ਸੀ, ਉਹਨਾਂ ਦੀ ਛੋਟੀ ਭੈਣ ਰੋਟੀ ਲੈ ਕੇ ਗਈ। ਆਉਂਦੀ ਹੋਈ ਡੂੰਘੇ ਹੋਏ ਸਾਰੇ ਸਿੱਟਿਆਂ ਦੀ ਪੰਡ ਬੰਨ੍ਹ ਲਿਆਈ।
जदों वो सिट्टे कुट के सारी ज्वार जोखी तो 5 मन कच्ची हुई। मतलब उसमें से जो वो पूरी गठरी बांध के उठा के ले आई थी, जिसमें से 5 मन, मतलब एक मन में होता है 40 किलो, 5 यानी कि 200 किलो। बाकी निक सुक अण जोखिया भी परे सुट दिता। मतलब ये तो जवार निकली, जो उसमें बहुत सारे उसका भूसा होता है वो अलग कर दिया था। बाबिਆਂ ਦੀ एक भैन पिंड चड़िक विच ਵਿਆਹੀ ਹੋਈ ਸੀ। ਪਹਿਲੇ ਪੈਰ ਸਹੁਰੇ गई तो शाम ਨੂੰ बाहर जाने वेले राह विच एक पहलवान मुगदर चुकदा वेख्या। जो पहलवान मुगदर यानी कि जिससे वो एक्सरसाइज करते रहते हैं, एक बहुत बड़ा मोटा डंडे की तरह होता है। वापस घर आने वेले अखाड़ा विजड़ चुका सी। मतलब अखाड़ा निपट गया था, सब हो चुका था। बाबिਆਂ ਦੀ ਭੈਣ ने अपनी सੱਸ ਨੂੰ ਪੁੱਛਿਆ, ਅੰਮਾ ਇੱਥੇ ਮੁੰਡੇ ਜਿਹੇ ਕੀ ਕਰਦੇ ਸੀ? ਧੀਏ ਇਹ ਮੁਗਦਰ ਚੱਕਦੇ ਸੀ। ਪਿੰਡ ਦਾ ਇੱਕ ਪਹਿਲਵਾਨ ਬੜਾ ਨਰੋਇਆ ਹੈ, ਉਹ ਉਸ ਬਿਨਾਂ ਹੋਰ ਕੋਈ ਨੇੜੇ ਦੇ ਪਿੰਡ ਵਿੱਚ ਮੁਗਦਰ ਨਹੀਂ ਚੁੱਕ ਸਕਦਾ। ਬਾਕੀ ਲੋਕ ਦੂਰੋਂ ਨੇੜਿਓਂ ਉਸ ਨੂੰ ਵੇਖਣ ਆਏ ਹੋਏ ਸੀ। ਸਾਹਮਣੇ ਮੁਗਦਰ ਪਿਆ ਸੀ। ਅੰਮਾ ਜੀ ਇਸੇ ਨੂੰ ਮੁਗਦਰ ਆਖਦੇ ਹਨ, ਆਖ ਕੇ ਉਸਨੇ ਜਿਉਂ ਚੁੱਕਿਆ ਨਾਲ ਲੱਗਦੇ ਇੱਕ ਖੋਲੇ ਵਿੱਚ ਵਗਾ ਸੁੱਟਿਆ। ਦਿਨ ਚੜ੍ਹਿਆ ਤਾਂ ਲੋਕ ਅੱਗੇ ਮੁਗਦਰ ਦੀ ਭਾਲ ਕਰਨ। ਆਖਰ ਨਾਲ ਦੇ ਖੋਲੇ ਵਿੱਚੋਂ ਮਿਲ ਗਿਆ, ਜਿਵੇਂ ਕਿਸੇ ਨੇ ਰਾਹ ਵਿੱਚ ਪਿਆ ਅੜਿੱਕਾ ਦੂਰ ਕਰਨ ਲਈ ਕਰੋੜਾ ਪਰੇ ਵਗਾ ਸੁੱਟਿਆ ਹੋਵੇ। ਇਸੇ ਤਰ੍ਹਾਂ ਮੁਗਦਰ ਪਿਆ ਵੇਖਿਆ ਤਾਂ 4-5 ਜਣੇ ਰੇੜ ਕੇ ਮੁੜ ਉੱਥੇ ਲੈ ਆਏ। ਪਹਿਲਵਾਨ ਨੂੰ ਪਤਾ ਲੱਗਿਆ, ਉਹ 75 ਗਿਆ। मतलब 75 गया। वो मतलब उसको ये लगा कि ये किसने कर दिया, अचंबा हुआ भाई मेरे बिना इस मुगदर ਨੂੰ ਹਿਲਾਉਣ ਵਾਲਾ ਹੋਰ ਇੱਥੇ ਕੌਣ ਆ ਗਿਆ। ਦੂਜੇ ਦਿਨ ਫਿਰ ਸ਼ਾਮ ਨੂੰ ਜਦ ਤੀਵੀਆਂ ਬਾਹਰ ਗਈਆਂ, ਮੁਗਦਰ ਉੱਥੇ ਪਿਆ ਦੇਖ ਕੇ ਕਿਹਾ, ਇਹ ਜੈ ਖਾਣੇ ਦਾ ਫੇਰ ਰਾਹ ਵਿੱਚ ਹੀ ਪਿਆ ਹੈ। ਆਖਦਿਆਂ ਬਾਬਿਆਂ ਦੀ ਭੈਣ ਨੇ ਇੰਨੇ ਜ਼ੋਰ ਦੀ ਵਗਾਇਆ ਕਿ ਅਗਲੇ ਖੋਲੇ ਦੀ ਕੰਧ ਢਹਿ ਗਈ। ਕੰਧ ਮਤਲਬ ਦੀਵਾਰ। ਲੋਕਾਂ ਨੂੰ ਪਤਾ ਲੱਗ ਗਿਆ, ਪਹਿਲਵਾਨ ਦੀ ਖਾਣਿਓਂ ਗਈ। ਦੂਜੇ ਦਿਨ ਥਾਲੀ ਵਿੱਚ 101 ਰੁਪਏ ਤੇ ਇੱਕ ਸੁੱਚਾ ਤਿਉਰ ਲੈ ਕੇ ਪਹਿਲਵਾਨ ਆਇਆ ਤੇ ਬਾਬਿਆਂ ਦੀ ਭੈਣ ਨੂੰ ਨਜ਼ਰਾਨਾ ਪੇਸ਼ ਕਰਕੇ ਕਿਹਾ, ਚਾਚੀ ਤੂੰ ਮੇਰੀ ਧਰਮ ਦੀ ਭੈਣ ਹੋਈ। ਧੰਨ ਤੂੰ, ਧੰਨ ਤੇਰੇ ਜਾਂਦੇ ਮਤਲਬ ਤੁਝੇ ਜਨਮ ਦੇਣੇ ਵਾਲੀ। ਮੈਂ ਤਾਂ ਬਸ ਦਰਸ਼ਨਾਂ ਲਈ ਆਇਆ ਬਈ ਅਜਿਹੀ ਸ਼ਕਤੀ ਵਾਲੀ ਦੇਵੀ ਇੱਥੇ ਕੌਣ ਹੈ। ਮੈਂ ਅੱਜ ਤੋਂ ਪਹਿਲਵਾਨੀ ਛੱਡੀ। ਕਹਿੰਦੇ ਸੀ ਜਿਤਨਾ ਚਿਰ ਪਹਿਲਵਾਨ ਜਿਉਂਦਾ ਰਿਹਾ, ਹਰ ਇੱਕ ਤਿੱਥ ਤਿਉਹਾਰ ਉੱਥੇ ਬਾਬਿਆਂ ਦੀ ਭੈਣ ਨੂੰ ਤਿਉਰ ਤੇ ਕੱਪੜੇ ਲੀੜੇ ਚੜਾਉਂਦਾ ਰਿਹਾ। ਬਾਬਿਆਂ ਦੀ ਉਸ ਭੈਣ ਦੇ 2 ਪੁੱਤ ਜਨਮੇ। ਕਹਿੰਦੇ ਦੁੱਧ ਰਿੜਕਣ ਵੇਲੇ ਉਹ ਦੋਹਾਂ ਨੂੰ ਕੋਲੇ ਸੱਦ ਲੈਂਦੀ। ਜੋ ਮੱਖਣੀ ਨਿਕਲਦੀ ਅੱਧੇ ਅੱਧ ਵੰਡ ਕੇ ਖਵਾਉਂਦੀ, ਫਿਰ ਦੌੜਾਉਂਦੀ, ਨਸਾਉਂਦੀ ਤੇ ਜ਼ੋਰ ਕਰਾਉਂਦੀ। ਉਹਨਾਂ ਵਿੱਚੋਂ ਇੱਕ ਵੱਡਾ ਮੰਗਲ ਸਿੰਘ ਨਾਮੀ ਪਹਿਲਵਾਨ ਹੋਇਆ। ਉਹ ਆਪਣੇ ਮਾਮਿਆਂ ਨੂੰ ਮਿਲਣ ਲਈ ਮੇਰੇ ਪਿੰਡ ਆਇਆ। ਲੋਕਾਂ ਨੇ 1 ਮਹੀਨੇ ਲਈ ਘੁਲਣ ਖੇਡਣ ਵਾਸਤੇ ਰੱਖ ਲਿਆ। ਉਹ ਸਵਾ ਮਣ ਦੀਆਂ ਮੂੰਗਲੀਆਂ ਫੇਰਿਆ ਕਰਦਾ ਸੀ। ਮਹੀਨਾ ਭਰ ਮੂੰਗਲੀਆਂ ਫੇਰਦਾ ਰਿਹਾ। ਸਾਰਾ ਪਿੰਡ ਵੇਖਣ ਜਾਂਦਾ, ਬਾਹਰੋਂ ਵੀ ਲੋਕ ਦੇਖਣ ਆਉਂਦੇ, ਪਰ ਮੇਰੇ ਬਾਬੇ ਹੁਰੀ ਨਾ ਗਏ। ਇੱਕ ਦਿਨ ਚੌਧਰੀ ਨੇ ਕਿਹਾ, ਬਾਬਾ ਤੁਹਾਡਾ ਭਾਣਜਾ ਆਇਆ ਹੋਇਆ, ਕਿਸੇ ਦਿਨ ਉਸ ਦਾ ਕਰਤੱਵ ਦੇਖ ਕੇ ਹੌਸਲਾ ਅਫਜ਼ਾਈ ਤਾਂ ਕਰ ਆਓ। ਬਾਬੇ ਨੇ ਕਿਹਾ, ਐਵੇਂ ਕਿਧਰੇ ਨਮੋਸ਼ੀ ਨਾ ਦਵਾ ਦੇਵੇ, ਮਤਲਬ ਬੇਇੱਜ਼ਤੀ ਨਾ ਕਰਵਾ ਦੇ। ਚੰਗਾ ਕਿਸੇ ਦਿਨ ਆਵਾਂਗੇ। ਅਗਲੇ ਦਿਨ ਜਦੋਂ ਬਾਬਾ ਗਿਆ ਤਾਂ ਉਸਨੇ ਪਹਿਲਵਾਨ ਭਾਣਜੇ ਦੇ ਮੂੰਹ ਤੇ ਲਾਲੀਆਂ ਆ ਗਈਆਂ। ਉਸਨੇ ਕਿਹਾ, 20-25 ਸੇਰ ਦੇ ਅੱਜ ਹੋਰ 2 ਸੰਗਲ ਮੂੰਗਲੀਆਂ ਨੂੰ ਬੰਨ੍ਹ ਦੇਵੋ, ਮੇਰਾ ਮਾਮਾ ਵੇਖਣ ਆਇਆ ਹੈ। ਜਦੋਂ ਉਸਨੇ ਸੰਗਲ ਬੰਨ੍ਹ ਕੇ ਮੂੰਗਲੀਆਂ ਫੇਰੀਆਂ, ਮਾਮੇ ਨੇ ਆਪਣੇ ਭਾਣਜੇ ਨੂੰ ਭੱਜ ਕੇ ਕੁੱਛੜ ਵਿੱਚ ਲੈ ਲਿਆ। ਪੁੱਤਰਾ ਤੂੰ ਲਾਜ ਰੱਖੇਂਗਾ ਸਾਡੀ, ਆਖ ਕੇ 1 ਚਾਂਦੀ ਦਾ ਡਬਲ ਰੁਪਈਆ ਦਿੱਤਾ ਤੇ ਧੜੀ ਘਿਓ, ਜੋ ਉਦੋਂ 3 ਰੁਪਏ ਦਾ ਹੁੰਦਾ ਸੀ। ਪਿੰਡ ਦੇ ਲੋਕਾਂ ਨੇ ਵੀ ਬੜਾ ਕੁਝ ਦਿੱਤਾ। ਮੇਰੇ ਪਿੰਡ ਸਾਧਾਂ ਦੇ ਡੇਰੇ ਪਈਆਂ ਉਹ ਮੂੰਗਲੀਆਂ ਮੈਂ ਵੀ ਅੱਖੀਂ ਵੇਖੀਆਂ ਹਨ। ਇਹੋ ਜਿਹੀਆਂ ਕਥਾਵਾਂ ਮੈਂ ਸੁਣੀਆਂ ਹਨ, ਅੱਖੀਂ ਤੱਕੀਆਂ ਨਹੀਂ। ਇਸ ਲਈ ਮੈਂ ਛੋਟਾ ਹੁੰਦਾ ਤਾਂ ਮੈਨੂੰ ਦਿਓਆਂ ਯਾਨੀ ਕਿ ਦਾਨਵ ਰਾਖਸ਼ਸ ਦੀਆਂ ਕਹਾਣੀਆਂ ਸੁਣ ਕੇ ਜਿਤਨਾ ਸਹਿਮ ਲੱਗਦਾ ਸੀ, ਉਤਨਾ ਹੀ ਆਪਣੇ ਵੱਡੇ ਵਡੇਰਿਆਂ ਦੀਆਂ ਗੱਲਾਂ ਸੁਣ ਕੇ ਕਈ ਵਾਰ ਖਿਆਲ ਆਉਂਦਾ, ਕਿਧਰੇ ਸਾਡੇ ਬਾਬੇ ਵੀ ਕੋਈ ਦਿਓ ਦਾਨੋ ਤਾਂ ਨਹੀਂ ਸਨ। ਪੁਰਾਣੇ ਪੰਜਾਬੀਆਂ ਦੇ ਲੋਕਾਂ ਦੇ ਵੱਲ ਦੀ ਗੁਆਚੀ ਹੋਈ ਇੰਨੀ ਪ੍ਰਮਾਣਿਕ ਤਸਵੀਰ ਕਿਵੇਂ ਛੁਪਾ ਕੇ ਰੱਖੀ ਜਾ ਸਕਦੀ ਸੀ, ਸੋ ਹਾਜ਼ਰ ਕਰਨੀ ਹੀ ਠੀਕ ਸਨ ਜੀ। ਤਾਂ ਇਸ ਵਿੱਚ ਗਿਆਨੀ ਗੁਰਦਿੱਤ ਸਿੰਘ ਜੀ ਨੇ, ਲੇਖਕ ਨੇ ਆਪਣੇ ਵੱਡੇ ਵਡੇਰਿਆਂ ਬਾਰੇ ਸਾਨੂੰ ਦੱਸਿਆ ਕਿ ਕਿੱਡੇ ਉਹ ਕੱਦ ਕਾਠੀ ਵਾਲੇ ਸਨ ਅਤੇ ਕਿਸ ਤਰੀਕੇ ਨਾਲ ਉਹ ਕਿੰਨੇ ਜ਼ੋਰ ਵਾਲੇ ਸਨ, ਕਿਵੇਂ ਕੰਮ ਕਰਦੇ ਸਨ, ਕਿਵੇਂ ਖਾਂਦੇ ਪੀਂਦੇ ਸਨ। ਤਾਂ ਇਸ ਦੇ ਅਸੀਂ ਹੁਣ ਸ਼ਬਦਾਂ ਦੇ ਅਰਥ ਵੇਖਦੇ ਹਾਂ। ਅਜਨਬੀ ਓਪਰਾ, ਨਕਵਾਇਆ ਕਮਜ਼ੋਰ, ਦਿਗਵਿਜੇ ਜਿੱਤ, ਮੁੰਡੀਹਰ ਮੁੰਡਿਆਂ ਦੀ ਢਾਣੀ, ਨਾਬਰ ਇਨਕਾਰੀ, ਰੋਹੀਆਂ ਜੰਗਲ ਬਿਆਵਾਨ, ਨਿਹਾਰੀਆਂ ਸਵੇਰ ਵੇਲੇ ਦਾ ਭੋਜਨ ਨਾਸ਼ਤਾ, ਟੰਬਾ ਸੋਟੀ ਡੰਡਾ, ਮੁਗਦਰ ਮੋਲਾ ਮੂਸਲ, ਤਿਉਰ 3 ਵਸਤਰ, ਰਸਤ ਖਾਣ ਪੀਣ ਦੀ ਸਮੱਗਰੀ, ਵਡਾਂਗ ਛਾਂਗੇ ਹੋਏ ਰੁੱਖ ਦੇ ਵੱਡੇ ਟਾਹਣੇ, ਲਟੈਣ ਸ਼ਤੀਰੀ ਵੱਡਾ ਸ਼ਤੀਰ, ਕਰਤਵ ਜ਼ੋਰ। ਹੁਣ ਇਸ ਦੇ ਪ੍ਰਸ਼ਨਾਂ ਦੇ ਉੱਤੇ ਹਨ।
ਵੱਡੇ ਵਡੇਰੇ ਲੇਖ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ਤਾਂ ਇੱਥੇ ਇਸ ਲੇਖ ਦਾ ਸਾਰ ਆਏਗਾ। ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ? ਕਿਉਂਕਿ ਜਿਹੜੇ ਛਾਪੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਵਿਆਹ 'ਤੇ ਬੁਲਾਇਆ ਸੀ ਤਾਂ ਉਹਨਾਂ ਨੇ ਜਿਹੜਾ ਗੁੜ ਦਾ ਪ੍ਰਸ਼ਾਦ ਦਾ ਕੜਾਹਾ ਬਣਾਇਆ ਸੀ ਤਾਂ ਉਹ ਇਕੱਲੇ ਬਾਬੇ ਹੀ ਖਾ ਜਾਂਦੇ ਹਨ, ਜਿਸ ਕਰਕੇ ਉਹਨਾਂ ਨਾਲ ਰਿਸ਼ਤਾ ਤੋੜ ਲੈਂਦੇ ਹਨ ਕਿ ਅਸੀਂ ਇਹਨਾਂ ਨੂੰ ਵਿਆਹ 'ਤੇ ਨਹੀਂ ਬੁਲਾਵਾਂਗੇ ਅਤੇ ਨਾ ਹੀ ਇਹਨਾਂ ਦੇ ਜਾਵਾਂਗੇ। ਪੁਰਾਣੇ ਸਮੇਂ ਵਿੱਚ ਭਲਵਾਨ ਕਿਵੇਂ ਪਿੰਡਾਂ ਉੱਤੇ ਫਤਿਹ ਪ੍ਰਾਪਤ ਕਰਦੇ ਸਨ? ਭਲਵਾਨ ਪਿੰਡਾਂ ਵਿੱਚ ਆਪਣੀ ਦਿਗਵਿਜੇ ਲੈ ਕੇ ਜਾਂਦੇ ਸਨ। ਇੱਕ ਪਿੰਡ 'ਤੇ ਚੜ੍ਹਾਈ ਕਰਦੇ ਸਨ, ਉਸਨੂੰ ਜਿੱਤ ਕੇ ਫਿਰ ਅਗਲੇ ਪਿੰਡ ਚਲੇ ਜਾਂਦੇ ਸਨ। ਲੋਕ ਭਲਵਾਨਾਂ ਦਾ ਕਿਵੇਂ ਸਤਿਕਾਰ ਕਰਦੇ ਸਨ? ਲੋਕ ਭਲਵਾਨਾਂ ਦਾ ਬਹੁਤ ਆਦਰ ਸਤਿਕਾਰ ਕਰਦੇ ਸਨ। ਉਹਨਾਂ ਨੂੰ ਖਾਣ ਲਈ ਰਸ ਸਮੱਗਰੀ ਦਿੱਤੀ ਜਾਂਦੀ ਸੀ, ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਂਦਾ ਸੀ। ਬਾਬੇ ਪੁੰਨੂ ਨੇ ਭਲਵਾਨ ਵਿਚਕਾਰ ਹੋਈ ਕੁਸ਼ਤੀ ਦਾ ਵਰਣਨ ਕਰੋ। ਬਾਬੇ ਪੁੰਨੂ ਨੇ ਪਹਿਲਵਾਨ ਨੂੰ ਠੋਡੀ ਦਾ ਹੋੜਾ ਦੇ ਕੇ ਆਪਣੀਆਂ ਬਾਹਾਂ 'ਤੇ ਇਸ ਤਰੀਕੇ ਨਾਲ ਉਤਾਂਹ ਨੂੰ ਚੱਕ ਲੈਂਦੇ ਹਨ, ਜਿਸ ਨਾਲ ਕਰਕੇ ਉਹਨਾਂ ਦੇ ਪੈਰ ਧਰਤੀ 'ਤੇ ਨਹੀਂ ਲੱਗਦੇ। ਉਹਨਾਂ ਦੀਆਂ ਅੱਖਾਂ ਬਾਹਰ ਆਉਣ ਲੱਗ ਪੈਂਦੀਆਂ ਹਨ। ਉਹ ਬਹੁਤ ਘਬਰਾ ਜਾਂਦਾ ਹੈ ਅਤੇ ਆਪਣੀ ਜਾਨ ਬਖਸ਼ਾ ਕੇ ਉੱਥੋਂ ਭੱਜ ਜਾਂਦਾ ਹੈ। ਕਿਧਰੇ ਸਾਡੇ ਬਾਬੇ ਵੀ ਕੋਈ ਦਿਓ-ਦਾਨੋ ਤਾਂ ਨਹੀਂ ਸਨ? ਮੇਰੇ ਵੱਡੇ ਵਡੇਰੇ ਲੇਖ ਦੇ ਪ੍ਰਸੰਗ ਵਿੱਚ ਕਥਨ ਦੀ ਪੁਸ਼ਟੀ ਕਰੋ। ਦਿਓ-ਦਾਨੋ ਭਾਵ ਦਾਨਵ। ਕੀ ਕਹਿੰਦੇ ਹਨ ਕਿ ਕਿਉਂਕਿ ਉਹਨਾਂ ਦੇ ਜਿਹੜੇ ਕੱਦ ਸਨ ਬਹੁਤ ਉੱਚੇ ਲੰਮੇ ਸਨ, ਉਹ ਖਾਂਦੇ ਵੀ ਆਮ ਮਨੁੱਖਾਂ ਜਿੰਨਾ ਨਹੀਂ ਸਨ। ਇਸ ਕਰਕੇ ਲੇਖਕ ਕਹਿੰਦਾ ਹੈ ਕਿ ਕਦੇ ਉਹ ਦਾਨਵ ਤਾਂ ਰਾਖਸ਼ ਤਾਂ ਨਹੀਂ ਸਨ ਕਿ ਜੋ ਉਹਨਾਂ ਦੀ ਰਹਿਣੀ ਵਹਿਣੀ ਇੰਨੀ ਉਹ ਰਾਖਸ਼ਾਂ ਵਰਗੀ ਸੀ। ਇਸ ਪਾਠ ਵਿੱਚ ਬਾਬਿਆਂ ਦੀਆਂ ਭੈਣਾਂ ਦੇ ਕਾਰਨਾਮਿਆਂ ਦਾ ਜ਼ਿਕਰ ਆਇਆ, ਆਪਣੇ ਸ਼ਬਦਾਂ ਵਿੱਚ ਲਿਖੋ। ਤਾਂ ਜਿਹੜੀਆਂ ਬਾਬਿਆਂ ਦੀਆਂ ਭੈਣਾਂ ਸਨ ਉਹਨਾਂ ਦੇ ਵੀ ਬਹੁਤ ਉਹ ਵੀ ਬਹੁਤ ਦਲੇਰ ਅਤੇ ਤਾਕਤਵਰ ਸਨ ਆਪਣੇ ਭਰਾਵਾਂ ਵਾਂਗ। ਇੱਕ ਵਾਰ ਬਾਬਿਆਂ ਦੀ ਭੈਣ 200 ਮਣ ਜਵਾਰ ਖੇਤੋਂ ਪੰਡ ਬੰਨ੍ਹ ਕੇ ਸਹਿਜ ਸੁਭਾਅ ਚੱਕ ਲਿਆਉਂਦੀ ਹੈ, ਅਤੇ ਜਿਹੜੀ ਉਹਨਾਂ ਦੀ ਦੂਜੀ ਭੈਣ ਹੁੰਦੀ ਹੈ ਉਹ ਇੱਕ ਬਹੁਤ ਵੱਡੇ ਮੁਗਦਰ ਨੂੰ ਵਗਾ ਕੇ ਮਾਰਦੀ ਹੈ, ਜਿਵੇਂ ਉਹਨਾਂ ਨੇ ਕੋਈ ਰੋੜਾ ਸੁੱਟਿਆ ਹੁੰਦਾ। ਉਸ ਮੁਗਦਰ ਨੂੰ ਕੋਈ ਪਹਿਲਵਾਨ ਨਹੀਂ ਚੁੱਕ ਸਕਦਾ, ਪਰ ਉਹ ਉਸਨੂੰ ਸਹਿਜ ਸੁਭਾਅ ਹੀ ਚੁੱਕ ਲੈਂਦੀ ਹੈ। ਹੇਠ ਲਿਖੇ ਮੁਹਾਵਰਿਆਂ ਅਤੇ ਮੁਹਾਵਰੇਦਾਰ ਵਾਕੰਸ਼ਾਂ ਦੇ ਵਾਕ ਬਣਾ ਕੇ ਅਰਥ ਸਪਸ਼ਟ ਕਰੋ। 90 ਦੇ ਲੇਖੇ ਵਿੱਚ ਪੈਣਾ, ਪੈਸੇ ਦੇ ਹੇਰ-ਫੇਰ ਵਿੱਚ ਫਸੇ ਹੋਣਾ। ਕਾਗਜ਼ੀ ਪਹਿਲਵਾਨ ਜਿਹੜੇ ਨਾਮਦੇਹੀ ਪਹਿਲਵਾਨ ਹੁੰਦੇ ਹਨ, ਦਿਖਾਵੇ ਦੇ ਪਹਿਲਵਾਨ ਹੁੰਦੇ ਹਨ। ਕੁੱਲ ਨੂੰ ਲੀਕ ਲਾਉਣ ਵਾਲੇ, ਆਪਣੇ ਕੁੱਲ ਨੂੰ ਆਪਣੇ ਖਾਨਦਾਨ ਨੂੰ ਸ਼ਰਮਿੰਦਗੀ ਦਿਵਾਉਣ ਵਾਲੇ। ਚੰਨ ਚਿਰਾਗ ਕੁੱਲ ਦਾ ਦੀਪਕ। ਡੌਰ ਭੌਰ ਹੋਣਾ, यहाँ पे तौर भौर नहीं, यहाँ पे आएगा डौर भौर होना, मतलब घबरा जाना। पतरा वाचना, भज जाना। दौ लगाना, दाव पेच लगाना। मार धाड़ ਜਿਹੜੇ ਰੁੱਖ ਹੁੰਦੇ ਹਨ ਉਹਨਾਂ ਦੀ ਚੋਰੀ ਕਰਨਾ। ਇਸ ਦੇ ਵਿੱਚ ਅਸੀਂ ਇਸ ਦਾ ਮੀਨਿੰਗ ਅਸੀਂ ਇਸ ਦੇ ਆਧਾਰ 'ਤੇ ਕਰ ਰਹੇ ਹਾਂ। ਮਾਰ ਧਾੜ ਭਾਵ ਕਿ ਰੁੱਖਾਂ ਦੀ ਬਹੁਤ ਮਾਰ ਧਾੜ ਹੁੰਦੀ ਸੀ, ਉਹਨਾਂ ਦੀ ਬਹੁਤ ਚੋਰੀ ਹੁੰਦੀ ਸੀ ਬਹੁਤ। ਤਾਂ ਅਸੀਂ ਇਸ ਪਾਠ ਨੂੰ ਪੜ੍ਹਿਆ, ਇਸ ਦੇ ਪ੍ਰਸ਼ਨ ਉੱਤਰ ਕਰੇ ਹਨ। ਪਹਿਲੇ ਤੁਸੀਂ ਇਸ ਪਾਠ ਨੂੰ ਪੜ੍ਹਨਾ ਹੈ, ਫਿਰ ਇਸ ਦੇ ਪ੍ਰਸ਼ਨ ਉੱਤਰ ਕਰਨੇ ਹਨ। ਜੋ ਤੁਹਾਨੂੰ ਨਹੀਂ ਸਮਝ ਆਉਂਦਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ। ਮੈਂ ਪ੍ਰਸ਼ਨਾਂ ਨੂੰ ਲਿਖ ਕੇ ਵੀ ਸ਼ੇਅਰ ਕਰਾਂਗੀ, ਪਰ ਤੁਸੀਂ ਪਹਿਲਾਂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਆਪ ਕਰਨੀ ਹੈ। ਧੰਨਵਾਦ।